ਜਦੋਂ ਦੁੱਖਾਂ ਦਾ ਉਸ 'ਤੇ ਪਹਾੜ ਟੁੱਟਦਾ ਹੈ ਤਾਂ ਉਸ ਨੂੰ ਪਰਮਾਤਮਾ ਦੀ ਸੋਝੀ ਤੇ ਪਰਮਾਤਮਾ ਦਾ ਨਾਮ ਚੇਤੇ ਆਉਂਦਾ ਹੈ। ਸੋ ਮਨਦੀਪ ਵੀ ਉਸੇ ਦੁੱਖ ਦੇ ਵਿੱਚੋਂ ਨਿਕਲੀ, ਜੋ ਦੁੱਖ ਨੂੰ ਉਸਨੇ ਪੀਤਾ ਤੇ ਉਸ ਨੂੰ ਮਹਿਸੂਸ ਕੀਤਾ। ਮਨਦੀਪ ਨੂੰ ਮੈਂ ਨਾਲ ਲੈ ਕੇ ਜਾਣਾ ਤਾਂ ਮੇਰੇ ਤੋਂ ਕੁਐਸਚਨ ਕਰਨਾ ਵੀ ਇਹ ਕੌਣ ਹੈ, ਤਾਂ ਮੈਂ ਹਿਚਕਿਚਾਉਂਦਿਆਂ ਜਵਾਬ ਦੇਣਾ ਵੀ ਇਹ ਮੇਰੀ ਭੈਣ ਹੈ, ਸਿਸਟਰ ਹੈ ਮੇਰੀ। ਤੇ ਉਹਨਾਂ ਨੂੰ ਵੀ ਇੱਕ ਚੁੰਬਾ ਲੱਗਣਾ ਉਸ ਚੀਜ਼ ਦਾ, ਤੇ ਉਹ ਕਹਿੰਦੇ ਯਾਰ ਤਨਵੀਰ ਤੂੰ ਕੀ ਗੱਲ ਕਰ ਰਹੇ ਹੈ। ਮੈਂ ਕੋਈ ਭੈਣ ਨੂੰ ਮਿਲ ਲਓ ਤੁਸੀਂ ਆਪਣੀ ਨੂੰ। ਭੈਣ ਨਹੀਂ ਬਲਕਿ ਭਰਾ ਬਣ ਕੇ ਮੇਰੇ ਨਾਲ ਅੱਜ ਹੱਥ ਵਡਾਉਂਦੀ ਹੈ ਤੇ ਕੰਮ ਕਰਾਉਂਦੀ ਆ। ਮੇਰਾ ਇੱਕ ਸਮਾਂ ਸੀ ਜਦੋਂ ਇਸ ਤਰ੍ਹਾਂ ਲੱਗਦਾ ਸੀ ਕਿ ਸਾਰੀਆਂ ਮੁਸ਼ਕਿਲਾਂ ਮੇਰੇ ਝੋਲੀ ਪੈ ਗਈਆਂ। ਮੁੱਖ ਸੁੰਦਰਤਾ ਰਹਿ ਗਈ, ਕਿਉਂਕਿ ਮਨ ਨੂੰ ਕੋਈ ਨਹੀਂ ਦੇਖ ਰਿਹਾ ਕਿ ਮਨ ਦੀ ਸੁੰਦਰਤਾ ਕੀ ਆ। ਆਪਣੀ ਲੁੱਕ ਨੂੰ ਦੇਖ ਕਾਫੀ ਕੌਨਸ਼ੀਅਸ ਲੜਕੀਆਂ ਜਰਾ ਜਿੰਨਾ ਵੀ ਦਾਗ ਧੱਬਾ ਦਿਖਣ ਦੇ ਕਾਫੀ ਪਰੇਸ਼ਾਨ ਹੋ ਜਾਂਦੀਆਂ ਹਨ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਲੜਕੀ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਦੇ ਚਿਹਰੇ ਤੇ ਲੜਕੀਆਂ ਦੀ ਤਰ੍ਹਾਂ ਦਾੜੀ ਮੁੱਛ ਉਗਦੀ ਹੈ ਅਤੇ ਇਸੇ ਦੇ ਚਲਦੇ ਦੁਖੀ ਹੋਣ ਦੀ ਬਜਾਏ ਉਹ ਸ਼ਾਨ ਨਾਲ ਆਪਣੀ ਜ਼ਿੰਦਗੀ ਜੀ ਰਹੀ ਹੈ। ਅਸੀਂ ਗੱਲ ਕਰ ਰਹੇ ਹਾਂ ਮਨਦੀਪ ਕੌਰ ਦੀ। ਸਿੱਖ ਧਰਮ ਦੀ ਲਾਜ ਰੱਖਦਿਆਂ ਲੁਧਿਆਣਾ ਦੀ ਰਹਿਣ ਵਾਲੀ ਮਨਦੀਪ ਕੌਰ ਨੇ ਆਪਣੇ ਸਿੱਖੀ ਸਰੂਪ ਨੂੰ ਸਾਬਤ ਸੂਰਤ ਰੱਖਿਆ। ਮਨਦੀਪ ਕੌਰ ਨੇ ਦੱਸਿਆ ਕਿ 2012 ਚ ਉਹਨਾਂ ਦਾ ਵਿਆਹ ਹੋਇਆ ਸੀ, ਪਰ ਮੁੰਡੇ ਵਾਲਿਆਂ ਨੇ ਉਸਦੇ ਚਿਹਰੇ ਤੇ ਦਾੜੀ ਮੁੱਛ ਤੇ ਸਵਾਲ ਖੜੇ ਕੀਤੇ ਤਾਂ ਉਹਨਾਂ ਰਿਸ਼ਤਾ ਤੋੜ ਦਿੱਤਾ ਅਤੇ ਅੰਮ੍ਰਿਤ ਛਕ ਕੇ ਇਸ ਰੂਪ ਨੂੰ ਅਪਣਾ ਲਿਆ। ਮਨਦੀਪ ਕੌਰ ਦਾ ਕਹਿਣਾ ਹੈ ਕਿ ਉਸ ਨੂੰ ਗੁਰੂ ਸਾਹਿਬ ਨੇ ਇਹ ਦਾਤ ਬਖਸ਼ੀ ਹੈ ਅਤੇ ਕੇਸਾਂ ਦੀ ਬੇਅਦਬੀ ਸਭ ਤੋਂ ਵੱਡਾ ਅਪਰਾਧ ਹੈ ਜੋ ਉਹ ਨਹੀਂ ਕਰਨਾ ਚਾਹੁੰਦੀ। ਮਨਦੀਪ ਨੇ ਕਿਹਾ ਕਿ ਉਹਨਾਂ ਦਾ ਇਹ ਰੂਪ ਹੀ ਅੱਜ ਉਹਨਾਂ ਲਈ ਸਭ ਤੋਂ ਵੱਡੀ ਤਾਕਤ ਹੈ। ਮਨਦੀਪ ਕੌਰ ਦੇ ਭਰਾ ਨੇ ਦੱਸਿਆ ਕਿ ਮਨਦੀਪ ਨੇ ਕਦੇ ਵੀ ਉਹਨਾਂ ਨੂੰ ਛੋਟੀ ਭੈਣ ਜਾਂ ਭਰਾ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਅਤੇ ਹਰ ਥਾਂ ਮੋਢੇ ਨਾਲ ਮੋਢਾ ਜੋੜ ਕੇ ਖੜੀ ਰਹੀ। ਮਨਦੀਪ ਆਪਣੇ ਭਰਾ ਨਾਲ ਖੇਤਾਂ 'ਚ ਕੰਮ ਵੀ ਕਰਦੀ ਹੈ ਅਤੇ ਮੰਡੀ ਵੀ ਜਾਂਦੀ ਹੈ। ਜੇਕਰ ਕਦੇ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਦੋਵੇਂ ਭੈਣ ਭਰਾ ਇੱਕ ਦੂਜੇ ਦਾ ਸਹਾਰਾ ਬਣਦੇ ਹਨ। ਮਨਦੀਪ ਦੇ ਭਰਾ ਨੇ ਕਿਹਾ ਕਿ ਲੋਕ ਉਸ ਨੂੰ ਪਹਿਲੀ ਨਜ਼ਰੇ ਵੇਖ ਕੇ ਨਹੀਂ ਮੰਨਦੇ ਕਿ ਉਹ ਲੜਕੀ ਹੈ, ਪਰ ਬੋਲਣ ਦਾ ਸਿੱਧਕ ਅਤੇ ਆਵਾਜ਼ ਨਾਲ ਉਸ ਦੀ ਪਹਿਚਾਣ ਹੁੰਦੀ ਹੈ ਅਤੇ ਉਹਨਾਂ ਨੂੰ ਆਪਣੀ ਭੈਣ ਉੱਤੇ ਮਾਣ ਹੈ। ਸੋ ਅੱਜ ਜੋ ਮਨਦੀਪ ਦਾ ਜੀਵਨ ਹੈ ਉਹ ਬਹੁਤ ਵਧੀਆ ਆਨੰਦਮਈ ਜੀਵਨ ਹੈ। ਉਸਨੇ ਆਪਣੇ ਜੀਵਨ ਨੂੰ ਇੱਕ ਢਾਲ ਬਣਾ ਕੇ ਆਪਣੀ ਜ਼ਿੰਦਗੀ ਦਾ ਸੰਘਰਸ਼ ਕੀਤਾ ਹੈ। ਸੋ ਬਾਣੇ ਤੇ ਬਾਣੇ ਦੇ ਧਾਰ ਨਹੀਂ ਹੋਈ। ਮਨਦੀਪ ਅੱਜ ਸੋਝੀ ਵੀ ਲੈ ਰਹੀ ਆ, ਸਮੱਤ ਵੀ ਦੇ ਰਹੀ ਆ ਤੇ ਮਹਾਰਾਜ ਦੀ ਕਿਰਪਾ ਨਾਲ ਅੱਜ ਉਸ ਦਾ ਮਾਣ ਵੀ ਹੈ, ਸਨਮਾਨ ਵੀ ਹੈ। ਸੰਸਾਰਕ ਜੀਵਨ ਬਤੀਤ ਕਰਦਿਆਂ ਹੋਇਆਂ ਇਨਸਾਨ ਜਦੋਂ ਦੁੱਖਾਂ ਦਾ ਉਸ 'ਤੇ ਪਹਾੜ ਟੁੱਟਦਾ ਹੈ ਤਾਂ ਉਸ ਨੂੰ ਪਰਮਾਤਮਾ ਦੀ ਸੋਝੀ ਤੇ ਪਰਮਾਤਮਾ ਦਾ ਨਾਮ ਚੇਤੇ ਆਉਂਦਾ ਹੈ। ਸੋ ਮਨਦੀਪ ਵੀ ਉਸੇ ਦੁੱਖ ਦੇ ਵਿੱਚੋਂ ਨਿਕਲੀ, ਜੋ ਦੁੱਖ ਨੂੰ ਉਸਨੇ ਪੀਤਾ ਤੇ ਉਸ ਨੂੰ ਮਹਿਸੂਸ ਕੀਤਾ। ਅਤੇ ਮਨਦੀਪ ਨੂੰ ਮੈਂ ਪ੍ਰੇਰਨਾ ਕੀਤੀ, ਮਨਦੀਪ ਵੀ ਇਹ ਜੀਵਨ ਨੂੰ ਆਪਣੇ ਦੁੱਖ ਨੂੰ ਭੁੱਲ ਪਿਛਲੇ ਨੂੰ ਤੇ ਅੰਮ੍ਰਿਤ ਦੀ ਦਾਤ ਲੈ ਤੇ ਬਾਣੀ ਤੇ ਬਾਣੇ ਨਾਲ ਜੁੜ। ਤੇ ਉਸ ਤੋਂ ਬਾਅਦ ਜੋ ਮੇਰਾ ਜੀਵਨ ਵੀ ਬਦਲਿਆ, ਉਸ ਨੂੰ ਬ੍ਰਹਮ ਗਿਆਨ ਕੇਂਦਰ 3 ਸਾਲ ਲਈ ਭੇਜ ਦਿੱਤਾ ਗਿਆ ਅਤੇ ਉਸਨੇ ਆਪਣੀ ਸਟੱਡੀ ਕੰਪਲੀਟ ਕੀਤੀ, ਸਮੱਤ ਲਈ ਤੇ ਆ ਕੇ ਸਾਡੇ ਪਰਿਵਾਰ ਨੂੰ ਵੀ ਬੰਨ੍ਹਿਆ ਉਸਨੇ ਤੇ ਸਾਨੂੰ ਵੀ ਗਿਆਨ ਦਿੱਤਾ ਜੋ ਸਾਨੂੰ ਨਹੀਂ ਸੀ। ਤੇ ਮਹਾਰਾਜ ਦੀ ਕਿਰਪਾ ਨਾਲ ਅੱਜ ਜੋ ਵਡਿਆਈਆਂ ਮਿਲ ਰਹੀਆਂ ਨੇ ਸੰਸਾਰ ਦੇ ਵਿੱਚ, ਸੋਭਾ ਵੀ ਹੋ ਰਹੀ ਆ ਤੇ ਮਾਣ ਸਨਮਾਨ ਵੀ ਬਣਿਆ ਹੋਇਆ। ਅਤੇ ਮੈਂ ਸਾਰੇ ਵੀਰਾਂ ਭੈਣਾਂ ਨੂੰ ਇਹੀ ਬੇਨਤੀ ਕਰਦਾ ਹਾਂ, ਬਾਣੇ ਤੇ ਬਾਣੇ ਦੇ ਧਾਰਨੀ ਬਣੋ, ਨਿਤਨੇਮੀ ਬਣੋ ਤੇ ਕੇਸਾਂ ਦੀ ਬੇਅਦਬੀ ਨਾ ਕਰੋ। ਬਾਕੀ ਤਾਂ ਇਹ ਬਹੁਤ ਜ਼ਿਆਦਾ ਲੋਕਾਂ ਨੂੰ ਤਾਂ ਇਹ ਪਤਾ ਵੀ ਅਸੀਂ 2 ਭਰਾ ਹੀ ਹਾਂ। ਅਤੇ ਜਦੋਂ ਕਿਤੇ ਮਨਦੀਪ ਨੂੰ ਮੈਂ ਨਾਲ ਲੈ ਕੇ ਜਾਣਾ ਤਾਂ ਮੇਰੇ ਤੋਂ ਕੁਐਸਚਨ ਕਰਨਾ ਵੀ ਇਹ ਕੌਣ ਹੈ, ਤਾਂ ਮੈਂ ਹਿਚਕਿਚਾਉਂਦਿਆਂ ਜਵਾਬ ਦੇਣਾ ਵੀ ਇਹ ਮੇਰੀ ਭੈਣ ਹੈ, ਸਿਸਟਰ ਹੈ ਮੇਰੀ। ਤੇ ਉਹਨਾਂ ਨੂੰ ਵੀ ਇੱਕ ਚੁੰਬਾ ਲੱਗਣਾ ਉਸ ਚੀਜ਼ ਦਾ, ਤੇ ਉਹ ਕਹਿੰਦੇ ਯਾਰ ਤਨਵੀਰ ਤੂੰ ਕੀ ਗੱਲ ਕਰ ਰਹੇ ਹੈ। ਮੈਂ ਕੋਈ ਭੈਣ ਨੂੰ ਮਿਲ ਲਓ ਤੁਸੀਂ ਆਪਣੀ ਨੂੰ। ਤੇ ਜਦੋਂ ਵਿਚਾਰ ਕਰਨੇ ਤੇ ਜਦੋਂ ਉਸ ਨਾਲ ਵਾਰਤਾਲਾਪ ਕਰਨੀ ਤਾਂ ਉਸ ਦੀ ਆਵਾਜ਼ ਨੂੰ ਪਛਾਣ ਕੇ ਤਾਂ ਉਹਨਾਂ ਨੇ ਯਕੀਨ ਕਰਨਾ ਵੀ ਵਾਕਈ ਤੁਹਾਡੀ ਸਿਸਟਰ ਹੈ। ਸੋ ਬਹੁਤ ਸਾਰਾ ਮਾਣ ਪਰਮਾਤਮਾ ਦੀ ਕਿਰਪਾ ਨਾਲ ਸੋਝੀ ਵੀ ਆਈ ਹੈ, ਸਮੱਤ ਵੀ ਆਈ ਆ ਅਤੇ ਮੇਰੇ ਹੱਥ ਵਡਾਉਣ ਦੇ ਵਿੱਚ ਤੇ ਮੇਰੇ ਨਾਲ ਪਰਿਵਾਰਕ ਸਾਂਝ ਦੇ ਵਿੱਚ ਸਭ ਤੋਂ ਪਹਿਲਾਂ ਮੇਰਾ ਮਨਦੀਪ ਦਾ ਹਿੱਸਾ ਜਾਂਦਾ ਵਾ। ਅਤੇ ਮਨਦੀਪ ਮੇਰੇ ਨਾਲ ਅੱਜ ਭੈਣ ਨਹੀਂ ਬਲਕਿ ਭਰਾ ਬਣ ਕੇ ਮੇਰੇ ਨਾਲ ਅੱਜ ਹੱਥ ਵਡਾਉਂਦੀ ਹੈ ਤੇ ਕੰਮ ਕਰਾਉਂਦੀ ਆ ਤੇ ਮੈਨੂੰ ਕੋਈ ਚਿੰਤਾ ਵੀ ਹੈ ਨਹੀਂ। ਸਾਰਾ ਕੁਝ ਜੀ, ਗੱਡੀ ਚਲਾਉਣੀ ਉਸਨੇ, ਬੁਲਟ ਚਲਾਉਣਾ, ਘਰ ਦੇ ਕਾਰੋਬਾਰ ਕਰਨੇ, ਸਾਰਾ ਕੁਝ ਅੱਜ ਯਾਨੀ ਕਿ ਮੇਰੇ 90% ਕੰਮ ਉਹ ਕਰ ਦਿੰਦੀ ਆ। ਹਾਂਜੀ, ਸੰਦੇਸ਼ ਤਾਂ ਇਹੀ ਹੈ ਜੀ, ਆਪਣਾ ਬਾਣੀ ਨੂੰ ਪੜ੍ਹੋ, ਬਾਣੀ ਨੂੰ ਵਿਚਾਰੋ ਤੇ ਜੋ ਗੁਰੂ ਸਾਹਿਬ ਨੇ ਸਾਨੂੰ ਇੱਕ ਸਰੂਪ ਦਿੱਤਾ ਹੈ, ਸਿੱਖੀ ਸਰੂਪ,
ਦਾੜੀ ਕੇਸ ਰੱਖੋ ਆਪਣੇ, ਸਤਿਕਾਰ ਉਹ ਮਿਲਦਾ ਏ, ਲੱਖੀ ਕਰੋੜੀ ਇੱਕ ਪਾਸੇ ਰੱਖ ਦਿਓ ਤੇ ਸਤਿਕਾਰ ਉਹ ਮਿਲਦਾ ਹੈ ਵੀ ਅੱਜ ਮਹਾਰਾਜ ਨੇ ਇੰਨੀ ਕੁ ਕਿਰਪਾ ਕੀਤੀ ਹੈ ਵੀ ਅੱਜ ਮੈਂ ਬਿਆਨ ਨਹੀਂ ਕਰ ਸਕਦਾ ਜੋ ਮਹਾਰਾਜ ਨੇ ਅੱਜ ਸਾਡੇ ਪਰਿਵਾਰ ਦੇ ਉੱਤੇ ਮੇਰਾ ਭਰਿਆ ਹੱਥ ਰੱਖਿਆ ਹੈ। ਜਦੋਂ ਵੀ ਕਿਤੇ ਜਾਣਾ ਸੋਭਾ ਹੀ ਹੁੰਦੀ ਆ ਤੇ ਮਾਣ ਸਨਮਾਨ ਬਣਿਆ ਹੋਇਆ। ਤੁਸੀਂ ਵੀ ਉਹ ਮਾਣ ਸਨਮਾਨ ਦਾ ਆਨੰਦ ਲਓ, ਬਾਣੇ ਦੇ ਧਾਰਨੀ ਬਣੋ, ਨਿਤਨੇਮੀ ਬਣੋ। ਜੋ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਵਾ ਉਹ ਉਪਦੇਸ਼ ਦੇ ਉੱਤੇ ਚੱਲੋ ਤੇ ਆਪਣੇ ਜੀਵਨ ਦੀ ਸੋਝੀ ਪਾਓ ਤੇ ਪਰਮਾਤਮਾ ਨਾਲ ਜੁੜੋ ਵੀ ਪਰਮਾਤਮਾ ਨੇ ਜੋ ਅੱਜ ਆਪਾਂ ਨੂੰ ਭੇਜਿਆ ਹੈ ਸੰਸਾਰ ਦੇ ਵਿੱਚ ਕੀ ਕਰਨਾ ਹੈ ਉਹ ਮਨੋਰਥ ਅਸੀਂ ਸਮਝੀਏ ਵੀ ਪਰਮਾਤਮਾ ਦੀ ਸੋਝੀ ਲੈ ਕੇ ਗਿਆਨ ਪ੍ਰਗਟ ਕਰੀਏ। ਜਿੱਥੋਂ ਅਸੀਂ ਆਏ ਹਾਂ ਕਿੱਥੇ ਅਸੀਂ ਜਾਣਾ ਵਾ ਉਸ ਚੀਜ਼ ਦੀ ਸੋਝੀ ਲਈਏ। ਸੋ ਮਨਦੀਪ ਦੇ ਨਾਲ ਰਹਿ ਕੇ ਵੀ ਮੇਰੇ ਜੀਵਨ ਦੇ ਵਿੱਚ ਤਬਦੀਲੀ ਆਈ। ਮਨਦੀਪ ਨੇ ਮੈਨੂੰ ਸੋਝੀ ਦੇਣੀ ਤੇ ਬਾਕੀ ਦੋਨੇ ਭੈਣ ਭਰਾ ਅਸੀਂ ਜਦੋਂ ਵਿਚਾਰ ਕਰਦੇ ਹਾਂ ਸਾਡੀ ਸੰਗਤ ਬਣ ਜਾਂਦੀ ਹੈ ਤੇ ਕਿਤੇ ਮੈਂ ਜਾਣੇ ਅਣਜਾਣੇ ਦੇ ਵਿੱਚ ਵੀ ਤੋਂ ਕੋਈ ਗਲਤੀ ਹੋ ਜਾਣੀ ਜਾਂ ਮੈਂ ਕੁਛ ਭੁੱਲ ਜਾਣਾ ਤਾਂ ਮੈਨੂੰ ਉਹਨੇ ਸੋਝੀ ਦੇਣੀ ਮਨਦੀਪ ਨੇ। ਸੋ ਬਹੁਤ ਮਾਣ ਮਹਿਸੂਸ ਕਰਦਾ ਵਾਂ ਵੀ ਮਨਦੀਪ ਮੇਰੀ ਭੈਣ ਆ ਤੇ ਉਹ ਵੀ ਜਾਣੀ ਕਿ ਮੈਨੂੰ ਪਿੱਠ ਨਹੀਂ ਲੱਗਣ ਦਿੰਦੀ ਮੇਰੀ ਕਿਸੇ ਪਾਸੇ ਵੀ। ਤੇ ਸੋ ਇਹੀ ਕਹਿੰਦੇ ਆ ਭਾਈ ਆਪਣੀ ਭੈਣਾਂ ਤੇ ਭਰਾਵਾਂ ਦਾ ਸਤਿਕਾਰ ਕਰੋ, ਆਪਸ ਦੇ ਵਿੱਚ ਇਤਫਾਕ ਬਣਾ ਕੇ ਰੱਖੋ, ਕਲੇਸ਼ਾਂ ਤੋਂ ਮੁਕਤੀ ਪਾਓ, ਪਰਮਾਤਮਾ ਦਾ ਰਾਸਤਾ ਅਪਣਾਓ ਅਤੇ ਪਰਮਾਤਮਾ ਆਪਣੇ ਜੀਵਨ ਦੀ ਸੋਝੀ ਬਖਸ਼ਦਾ ਹੈ ਕਿੱਦਾਂ ਜੀਣਾ ਹੈ ਤੁਸੀਂ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁਸ਼ਕਿਲਾਂ ਤਾਂ ਹਰੇਕ ਇਨਸਾਨ ਦੀ ਜ਼ਿੰਦਗੀ 'ਚ ਆਉਂਦੀਆਂ ਨੇ, ਕਿਸੇ ਦੇ ਵੱਧ ਆ ਜਾਂਦੀਆਂ ਨੇ, ਕਿਸੇ ਦੇ ਘੱਟ। ਮੇਰਾ ਇੱਕ ਸਮਾਂ ਸੀ ਜਦੋਂ ਇਸ ਤਰ੍ਹਾਂ ਲੱਗਦਾ ਸੀ ਕਿ ਸਾਰੀਆਂ ਮੁਸ਼ਕਿਲਾਂ ਮੇਰੇ ਝੋਲੀ ਪੈ ਗਈਆਂ, ਪਰ ਮਹਾਰਾਜ ਦੀ ਕਿਰਪਾ ਰਹੀ ਜੋ ਉਹਨਾਂ ਨੇ ਆਪਣੇ ਨਾਲ ਜੋੜ ਲਿਆ ਤੇ ਅੱਜ ਚਾਹੇ ਆਪਾਂ ਕਹਿ ਦਈਏ ਕਿ ਚਾਹੇ ਕੋਈ ਵੀ ਦੁੱਖ ਵੀ ਆ ਜਾਂਦਾ ਤਾਂ ਉਹ ਇਸ ਤਰ੍ਹਾਂ ਲੱਗਦਾ ਕਿਉਂਕਿ ਪਹਿਲਾਂ ਬਹੁਤ ਵੱਡੇ ਵੱਡੇ ਦੁੱਖ ਦੇਖ ਚੁੱਕੀ ਹਾਂ ਤੇ ਅੱਜ ਉਹ ਦੁੱਖ ਇਹਨਾਂ ਚੀਜ਼ਾਂ ਮੂਹਰੇ ਕੁਛ ਨਹੀਂ ਲੱਗਦਾ। ਕਿ ਸਭ ਤੋਂ ਵੱਡੀ ਗੱਲ ਆ ਕਿ ਆਪਾਂ ਬਾਣੀ ਪੜ੍ਹਦੇ ਹਾਂ ਜਦੋਂ ਫਿਰ ਮਹਾਰਾਜ ਆਪ ਸਮਤ ਬਖਸ਼ਦੇ ਨੇ ਤੇ ਸਾਰੇ ਕਾਰਜ ਆਪ ਸਵਾਰਦੇ ਨੇ। ਮੈਰਿਜ ਉਹ ਇੱਕ ਸਮਾਂ ਸੀ ਜੋ ਮੇਰੀ ਜ਼ਿੰਦਗੀ 'ਚ ਆਇਆ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਿਉਂਕਿ ਅੱਜ ਜੋ ਕਹਿ ਦਈਏ ਆਪਾਂ ਚਾਹੇ ਪਰਿਵਾਰਕ ਰਿਸ਼ਤੇ ਕਹਿ ਦਈਏ ਜਾਂ ਕੁਝ ਵੀ ਕਹਿ ਦਈਏ ਆਪਾਂ, ਚਾਹੇ ਆਪਾਂ ਵਿਆਹੁਤਾ ਜ਼ਿੰਦਗੀ ਨੂੰ ਕਹਿ ਦਈਏ, ਉਹਦੇ ਵਿੱਚ ਮੁੱਖ ਸੁੰਦਰਤਾ ਰਹਿ ਗਈ ਕਿਉਂਕਿ ਮਨ ਨੂੰ ਕੋਈ ਨਹੀਂ ਦੇਖ ਰਿਹਾ ਕਿ ਮਨ ਦੀ ਸੁੰਦਰਤਾ ਕੀ ਆ। ਤੇ ਉਹ ਸਮਾਂ ਸੀ ਮੇਰੇ ਉੱਤੇ ਕਿਉਂਕਿ ਸਿਰਫ ਇਸੇ ਕਾਰਨ ਕਰਕੇ ਕਿ ਚਿਹਰੇ ਉੱਤੇ ਕਿਉਂਕਿ ਮੇਰੇ ਉਸ ਟਾਈਮ ਹਲਕੀ ਲੋਈ ਸੀ ਕਿ ਅੱਗੇ ਅਸੀਂ ਵਿਆਹੁਤਾ ਜੀਵਨ ਨਹੀਂ ਆਰੰਭ ਕਰ ਸਕਦੇ, ਤਾਂ ਇੱਕ ਮੇਰੇ ਲਈ ਬਹੁਤ ਵੱਡਾ ਝਟਕਾ ਸੀ। ਤੇ ਮਹਾਰਾਜ ਨਾਲ ਜੁੜਨ ਤੋਂ ਬਾਅਦ ਉਹ ਤਕਲੀਫ ਹੌਲੀ ਹੌਲੀ ਖਤਮ ਹੁੰਦੀ ਗਈ। ਸੰਦੇਸ਼ ਮੇਰਾ ਇਹੀ ਆ ਕਿ ਆਪਣੇ ਧਰਮ ਵਿੱਚ ਪਰਪੱਕ ਰਹੋ, ਚਾਹੇ ਹਿੰਦੂ ਆ, ਚਾਹੇ ਸਿੱਖ ਆ, ਚਾਹੇ ਈਸਾਈ ਆ। ਜੇ ਆਪਣੇ ਧਰਮ ਨੂੰ ਛੱਡ ਕੇ ਅਸੀਂ ਦੂਸਰੇ ਧਰਮ ਵਿੱਚ ਸੁੱਖ ਭਾਲਾਂਗੇ ਸਾਨੂੰ ਉਹ ਪਿਆਰ ਨਹੀਂ ਮਿਲਣਾ, ਨਾ ਸਾਨੂੰ ਉਹ ਸੁੱਖ ਮਿਲਣਾ। ਕੁਝ ਸਮੇਂ ਲਈ ਸਾਨੂੰ ਵਧੀਆ ਲੱਗ ਸਕਦਾ ਪਰ ਜ਼ਿੰਦਗੀ ਕਿਉਂਕਿ ਕਲਯੁਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ ਤੇ ਉਹਨਾਂ ਨੇ ਬਾਣੀ ਦੇ ਨਾਲ ਸਾਨੂੰ ਜੋ ਇੱਕ ਉਪਦੇਸ਼ ਦਿੱਤਾ, ਬਾਣੀ ਨਾਲ ਜੁੜ ਕੇ ਸਾਨੂੰ ਸਾਨੂੰ ਰਾਹ ਦਿਖਾਇਆ ਤੇ ਜੇ ਅਸੀਂ ਉਹ ਰਾਹ ਨੂੰ ਕਿਉਂਕਿ ਜੇ ਅਸੀਂ ਰਾਹ ਦੇਖਣਾ ਹੀ ਨਹੀਂ ਚਾਹਾਂਗੇ ਤਾਂ ਸਾਨੂੰ ਨਹੀਂ ਦਿਖਣਾ। ਅਗਰ ਅਸੀਂ ਬਾਣੀ ਵਿੱਚੋਂ ਸਭ ਕੁਝ ਖੋਜਾਂਗੇ ਤਾਂ ਇੱਕ ਖੋਜੀ ਬਣ ਕੇ ਬਾਣੀ ਪੜ੍ਹਾਂਗੇ ਤਾਂ ਸਾਨੂੰ ਸਭ ਕੁਝ ਵਿੱਚੋਂ ਹੀ ਮਿਲੂਗਾ ਉਹਦੇ। ਤੇ ਸਭ ਤੋਂ ਵੱਡੀ ਗੱਲ ਆ ਇਹ ਆ ਕਿ ਮਹਾਰਾਜ ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਸਾਡੀ ਰਹਿਨੁਮਾਈ ਕਰ ਰਹੇ ਨੇ ਕਿ ਤੁਸੀਂ ਪਰਮਾਤਮਾ ਨੂੰ ਕਿਵੇਂ ਮਿਲਣਾ ਚਾਹੁੰਦੇ ਹੋ। ਤੇ ਅਸੀਂ ਬਾਣੀ ਸਿਰਫ ਪੜ੍ਹਨ ਤੱਕ ਸੀਮਤ ਹਾਂ, ਅਸੀਂ ਬਾਣੀ ਵਿਚਾਰ ਨਹੀਂ ਰਹੇ। ਤੇ ਮਹਾਰਾਜ ਕਹਿੰਦੇ ਕਿ ਅਖੇ ਸਿਮਰੋ ਸਿਮਰ ਸਿਮਰ ਸੁਖ ਪਾਵੋ। ਅਸੀਂ ਸਿਮਰਨ ਨਹੀਂ ਕਰ ਰਹੇ, ਉਹਦੀ ਯਾਦ 'ਚ ਨਹੀਂ ਜੁੜ ਰਹੇ। ਤੇ ਅਗਰ ਅਸੀਂ ਉਹਦੀ ਯਾਦ 'ਚ ਜੁੜਾਂਗੇ ਤਾਂ ਮਹਾਰਾਜ ਕਹਿੰਦੇ ਕਿ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ। ਤੇ ਜਦੋਂ ਅਸੀਂ ਆਪਣੇ ਨਿੱਜ ਘਰ ਨਿੱਜ ਮਹਿਲ ਦੇ ਵਿੱਚ ਜਾ ਕੇ ਬਹਿ ਜਾਵਾਂਗੇ ਤਾਂ ਮਹਾਰਾਜ ਆਪਣੇ ਕਾਰਜ ਜੋ ਸਾਡੇ ਸੰਸਾਰ ਦੇ ਵਿੱਚ ਇਸ ਦੁਨੀਆ ਦੇ ਵਿੱਚ ਸਾਡੇ ਲਈ ਜ਼ਰੂਰੀ ਨੇ ਉਹ ਮਹਾਰਾਜ ਆਪ ਸਵਾਰਦੇ ਨੇ। ਹਾਂਜੀ, ਇਹ ਚੀਜ਼ ਪਹਿਲਾਂ ਲੱਗਦੀ ਸੀ ਕਿ ਪਰ ਹੁਣ ਆਦਤ ਪੈ ਗਈ ਕਿਉਂਕਿ ਦੂਸਰਾ ਅਣਜਾਣ ਬੰਦੇ ਨੂੰ ਨਹੀਂ ਪਤਾ ਤੇ ਜਦੋਂ ਬੋਲੀ ਦਾ ਥੋੜ੍ਹਾ ਜਿਹਾ ਉਹਨਾਂ ਨੂੰ ਹੈਰਾਨਗੀ ਹੁੰਦੀ ਹੈ ਕਿ ਆਵਾਜ਼ ਲੜਕੀਆਂ ਵਾਲੀ ਆ ਪਰ ਚਿਹਰਾ ਲੜਕਿਆਂ ਵਾਲਾ। ਫਿਰ ਜਦ ਦੱਸੀਦਾ ਕਿ ਮੈਂ ਸਿਸਟਰ ਹਾਂ ਇਹਨਾਂ ਦੀ, ਫਿਰ ਉਸ ਤੋਂ ਬਾਅਦ ਜਾਣੀ ਕਾਫੀ ਖੁਸ਼ ਹੁੰਦੇ ਨੇ ਤੇ ਪਿਆਰ ਵੀ ਦਿੰਦੇ ਨੇ ਕਿ ਵੀ ਬਹੁਤ ਵਧੀਆ ਤੁਹਾਡੇ ਲਈ।
ਦੁਖੀ ਭੈਣ ਭਰਾਵਾਂ ਦੇ ਮਸੀਹਾ ਪੰਜਾਬ ਦੇ ਮਸ਼ਹੂਰ ਜੋਤਿਸ਼ 50 ਸਾਲਾਂ ਦਾ ਮਹਾਨ ਤਜਰਬਾ स्वामी शुक्राचार्य मां काली उपासक तांत्रिक विधि नाल पाओ 100% गारंटी नाल हर परेशानी दा हल। पति पत्नी च झगड़ा, प्रेम ब्याज रुकावट, सौतन दुश्मन दा खात्मा, विदेश च पक्का होना, कीता कराया, गुप्त वशीकरण कराओ, रुस्से प्रेमी प्रेमिका नूं अपने बस च करो, लॉटरी नंबर पाओ भावें 649 होवे जां लुटो मैक्स, प्यार च धोखा खा चुके प्रेमी प्रेमिका एक बार जरूर संपर्क करो, मैं तुहाडा प्यार टुटण नहीं देवांगा। संपर्क करो 98 729 014 31।